ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ, ਸ਼੍ਰੀ ਅਬਚਲ ਨਦਰ ਮਝਾਰ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬੇਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜਿਹ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮਹਿ ਤਾਸ ਮਹਿ, ਰੰਚਕ ਨਾਹਿ ਨ ਭੇਵ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਮ ਸਿੰਘਨ ਰਾਜ ਮੱਲਿਓ, ਸਭ ਭਾਂਤ ਲਿਖਾਇਓ ਸਾਲ। ਸੁਨ ਝੇੜੋ ਸਭ ਖਾਲਸੈ, ਜਾਣਿਓ ਜਗ ਹਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਆਪਾਂ ਸ੍ਰੀ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋਸ਼ਲ ਮੀਡੀਆ ਦੇ ਰਾਹੀਂ ਵੀ ਕਈ ਸੰਗਤਾਂ ਇਸ ਵਿਚਾਰ ਨੂੰ ਸਰਵਣ ਕਰਦੀਆਂ ਹਨ। ਸੋ ਪਿਛਲੇ ਪ੍ਰਕਰਨ ਦੀ ਲੜੀ ਜੋੜ ਕੇ ਆਪਾਂ ਫਿਰ ਅੱਗੇ ਵਿਚਾਰ ਕਰਦੇ ਹਾਂ। ਆਪਾਂ ਅੱਜ ਦੇ ਪ੍ਰਕਰਨ ਆਰੰਭ ਕਰਨ ਤੋਂ ਪਹਿਲਾਂ ਜਾਂ ਜਿਸ ਦਿਨ ਵੀ ਆਪਾਂ ਪ੍ਰਕਰਨ ਆਰੰਭ ਕਰਦੇ ਹਾਂ, ਪਹਿਲਾਂ ਥੋੜ੍ਹਾ ਜਿਹਾ ਸੰਖੇਪ ਰੂਪ ਦੇ ਵਿੱਚ ਪਿਛਲੇ ਪ੍ਰਕਰਨ 'ਤੇ ਆਪਾਂ ਚਾਨਣਾ ਜ਼ਰੂਰ ਪਾ ਲਈਦਾ ਤਾਂ ਕਿ ਉਹ ਕੜੀ ਜੁੜ ਸਕੇ। ਸੋ ਆਪਾਂ ਨੇ ਇਹ ਹਾਲੇ ਤੱਕ ਵਿਚਾਰਿਆ ਕਿ ਜਦੋਂ ਦਿੱਲੀ ਦਾ ਬਾਦਸ਼ਾਹ ਜਿਹੜਾ ਅੰਗਰੇਜ਼ ਜਰਨੈਲ ਹੈ ਔਖਟਰਲੋਨੀ, ਉਹਨੂੰ ਸਿੰਘਾਂ ਦੇ ਬਾਰੇ ਜਦੋਂ ਗਲਤ ਦੱਸਦਾ, ਝੂਠ ਦੱਸਦਾ, ਤਾਂ ਫਿਰ ਉਹ ਅੰਗਰੇਜ਼ਾਂ ਦਾ ਜਰਨੈਲ ਉਵੇਂ ਦਾ ਉਵੇਂ ਹੀ ਉਹਨੂੰ ਕਿਤਾਬ 'ਤੇ ਲਿਖ ਕੇ ਉਸ ਕਿਤਾਬ ਨੂੰ ਸਾਂਭ ਦਿੰਦਾ ਹੈ। ਸਮਾਂ ਲੰਘਦਾ ਹੈ, ਤਕਰੀਬਨ 4 ਸਾਲ ਲੰਘੇ ਔਰ ਰੋਪੜ ਦੀ ਧਰਤੀ 'ਤੇ ਫਿਰ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿੱਚ ਸੰਧੀ ਹੁੰਦੀ ਹੈ। ਭਾਵ ਅੰਗਰੇਜ਼ ਜਿਹੜੇ ਹਨ ਉਹ ਸਤਲੁਜ ਤੋਂ ਉਰਲੇ ਵਾਲੇ ਬੰਨੇ ਉਤਾਰਾ ਕਰਦੇ ਹਨ, ਲੁਧਿਆਣੇ ਛਾਉਣੀ ਪਾਉਂਦੇ ਹਨ। ਅਤੇ ਜਦੋਂ ਅੰਗਰੇਜ਼ ਪੰਜਾਬ ਦੀ ਧਰਤੀ 'ਤੇ ਆਉਂਦੇ ਹਨ, ਲੁਧਿਆਣੇ ਛਾਉਣੀ ਪਾਉਂਦੇ ਹਨ। ਉਸ ਵਕਤ ਫਿਰ ਅੰਗਰੇਜ਼ ਜਿਹੜੇ ਹਨ ਉਹ ਦੁਬਾਰਾ ਫਿਰ ਲੋਕਾਂ ਨੂੰ ਪੁੱਛਦੇ ਹਨ ਵੀ ਸਿੰਘਾਂ ਦਾ ਕੀ ਇਤਿਹਾਸ ਹੈ। ਅਤੇ ਜਦੋਂ ਲੋਕਾਂ ਦੀਆਂ ਸਟੇਟਮੈਂਟਸ ਲਈਆਂ ਅਤੇ ਪਤਾ ਲੱਗਿਆ ਅੰਗਰੇਜ਼ਾਂ ਨੂੰ ਵੀ ਲੋਕ ਤਾਂ ਕੁਝ ਹੋਰ ਕਹਿ ਰਹੇ ਹਨ, ਲੋਕਾਂ ਦੀ ਸਟੇਟਮੈਂਟ ਤਾਂ ਬਾਦਸ਼ਾਹ ਦੀ ਸਟੇਟਮੈਂਟ ਦੇ ਨਾਲ ਰਲਦੀ ਹੀ ਨਹੀਂ ਪਈ। ਇਸ ਕਰਕੇ ਔਖਟਰਲੋਨੀ ਮਨ ਦੇ ਵਿੱਚ ਇਹ ਵਿਚਾਰ ਕਰਦਾ ਹੈ ਵੀ ਹੋ ਸਕਦਾ ਵੀ ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਸਿੰਘਾਂ ਦੇ ਬਾਰੇ ਝੂਠ ਦੱਸਦਾ ਹੋਵੇ, ਕਿਉਂਕਿ ਸਿੰਘਾਂ ਦਾ ਅਤੇ ਬਾਦਸ਼ਾਹਾਂ ਦਾ ਤਾਂ ਸਦਾ ਹੀ ਵੈਰ ਰਿਹਾ ਹੈ। ਇਸ ਕਰਕੇ ਉਹ ਬਾਦਸ਼ਾਹ ਸਿੰਘਾਂ ਬਾਰੇ ਸੱਚ ਕਿਉਂ ਦੱਸੇਗਾ। ਇਸ ਕਰਕੇ ਉਹ ਔਖਟਰਲੋਨੀ ਹੈ ਜਿਹੜਾ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਹੈ ਵੀ ਸਿੰਘਾਂ ਦੇ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ,
ਕਿਉਂਕਿ ਜੇ ਮੈਂ ਗਲਤ ਰਿਪੋਰਟ ਲੰਡਨ ਦੇ ਵਿੱਚ ਭੇਜ ਦਿੱਤੀ ਤੇ ਮੈਂ ਝੂਠਾ ਪੈ ਜਾਵਾਂਗਾ। ਇਸ ਕਰਕੇ ਜੇ ਸਿੰਘਾਂ ਦਾ ਮੁਕਾਬਲਾ ਕਰਨਾ ਤੇ ਸਿੰਘਾਂ ਦੀ ਤਾਕਤ ਪਤਾ ਕਰਨੀ ਅਤਿਅੰਤ ਜ਼ਰੂਰੀ ਹੈ। ਇਸ ਕਰਕੇ ਜਿਹੜਾ ਇਹ ਔਕਟਰਲੋਨੀ ਹੈ, ਫਿਰ ਇਹਦੇ ਅੱਗੇ ਇੱਕ ਕੈਪਟਨ ਸੀ, ਇਹਦਾ ਜੂਨੀਅਰ ਸੀ ਕੈਪਟਨ ਮਰੇ, ਉਹਨੂੰ ਇਹ ਬੁਲਾਉਂਦਾ ਹੈ ਔਰ ਸਾਰੀ ਗੱਲ ਉਹਨੂੰ ਸਮਝਾਉਂਦਾ ਵੀ ਆਪਾਂ ਸਿੰਘਾਂ ਦੇ ਇਤਿਹਾਸ ਦੀ ਖੋਜ ਕਰਨੀ ਹੈ ਤੇ ਇਹ ਡਿਊਟੀ ਆਪਾਂ ਤੇਰੀ ਲਾਉਂਦੇ ਹਾਂ। ਤੋ ਇੱਥੋਂ ਤੱਕ ਜਿਹੜੀ ਆਪਾਂ ਵਿਚਾਰ ਕੀਤੀ ਹੈ, ਹੁਣ ਇਸੇ ਪ੍ਰਕਰਨ ਨੂੰ ਆਪਾਂ ਅੱਗੇ ਚਲਾਉਣਾ ਹੈ ਸਾਧ ਸੰਗਤ। ਤੋ ਆਓ ਜਿੰਨੇ ਵੀ ਆਪਾਂ ਸਰੀਰ ਜੁੜ ਬੈਠੇ ਹਾਂ, ਸਤਿਗੁਰਾਂ ਦੇ ਚਰਨਾਂ ਤੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਕੋਲ ਸਮਰੱਥਾ ਨਹੀਂ ਕਿ ਆਪ ਜੀ ਦੇ ਇਤਿਹਾਸ ਦੀ ਵਿਚਾਰ ਕਰ ਸਕੀਏ, ਪਰ ਤੁਸੀਂ ਵਿੱਚ ਵਰਤੇ ਹੋ ਔਰ ਵਿੱਚ ਵਰਤ ਕੇ ਆਪ ਹੀ ਰਹਿਮਤ ਕਰਕੇ ਆਪਣੇ ਬਖਸ਼ੇ ਹੋਏ ਇਤਿਹਾਸ ਦੀ ਵਿਚਾਰ ਕਰਾ ਲਿਓ। ਆਓ ਜਿੰਨੇ ਵੀ ਸਰੀਰ ਜੁੜ ਬੈਠੇ ਹਾਂ, ਸੁਰਤ ਸਤਿਗੁਰਾਂ ਦੇ ਚਰਨਾਂ ਤੇ ਜੋੜੀਏ, ਰਸਨਾ ਨੂੰ ਕਰੀਏ ਪਵਿੱਤਰ ਔਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਮ ਸਿੰਘਨ ਰਾਜ ਮੱਲਿਓ, ਸਭ ਭਾਂਤ ਲਿਖਾਇਓ ਸਾਲ। ਤੋ ਇਸ ਪ੍ਰਕਾਰ ਜਿਹੜਾ ਉਹ ਔਕਟਰਲੋਨੀ ਹੈ, ਉਹ ਫਿਰ ਕੈਪਟਨ ਮਰੇ ਨੂੰ ਇਹ ਕਹਿ ਰਿਹਾ ਹੈ ਵੀ ਜਿਵੇਂ ਸਿੰਘਾਂ ਨੇ ਰਾਜ ਮੱਲਿਆ, ਉਹਨਾਂ ਨੇ ਰਾਜ ਭਾਗ ਲਿਆ, ਉਹਦਾ ਸਾਰਾ ਵੇਰਵਾ ਤੁਸੀਂ ਲਿਖਾਉਣਾ ਕਰੋ। ਉਹ ਕਿਹੜਾ ਸਾਲ ਸੀ, ਕਦੋਂ ਲਾਹੌਰ ਫਤਿਹ ਕੀਤਾ, ਕਦੋਂ ਮੁਲਤਾਨ ਫਤਿਹ ਕੀਤਾ, ਇਸ ਤਰ੍ਹਾਂ ਇਹ ਧਰਤੀਆਂ ਨੂੰ ਕਦੋਂ ਫਤਿਹ ਕੀਤਾ, ਉਹ ਸਾਰੇ ਸਾਲਾਂ ਦੇ ਵੇਰਵੇ, ਤਰੀਕਾਂ ਦੇ ਵੇਰਵੇ ਇਹ ਚੰਗੀ ਤਰ੍ਹਾਂ ਆਪਾਂ ਖੋਜ ਕੇ ਲਿਖਾਉਣਾ ਕਰੀਏ। ਸੁਣ ਝੇੜੋ ਸਭ ਖਾਲਸਾ, ਜਾਣਿਓ ਜਗ ਹਵਾਲ। ਔਰ ਖਾਲਸੇ ਨੇ ਫਿਰ ਕਿਵੇਂ ਕਿਵੇਂ ਯੁੱਧ ਲੜੇ, ਕਿਵੇਂ ਕਿਵੇਂ ਉਹਨਾਂ ਦੇ ਯੁੱਧ ਹੋਏ, ਇਹ ਸਾਰੀਆਂ ਚੀਜ਼ਾਂ ਵੀ ਤੁਸੀਂ ਖੋਜਣਾ ਕਰੋ। ਚੌਪਈ ਮਰੀ ਹੁਕਮ ਲੈ ਉਦਮ ਕੀਓ। ਫਿਰ ਜਦੋਂ ਔਕਟਰਲੋਨੀ ਨੇ ਮਰੀ ਨੂੰ ਇਹ ਸਾਰਾ ਹੁਕਮ ਲਾਇਆ ਵੀ ਤੁਸੀਂ ਇਤਿਹਾਸ ਖੋਜੋ, ਔਕਟਰਲੋਨੀ ਦਾ ਹੁਕਮ ਮੰਨ ਕੇ ਜਿਹੜਾ ਮਰੀ ਹੈ, ਕੈਪਟਨ ਮਰੀ ਹੈ, ਇਹ ਫਿਰ ਉਦਮ ਕਰਦਾ ਹੈ। ਬੂਟੇ ਸ਼ਾਹ ਮੌਲਵੀ ਸੱਦ ਲਿਓ। ਫਿਰ ਇਹ ਕੀ ਕਰਦਾ ਵੀ ਇਹ ਖੋਜਦਾ ਵੀ ਇੱਥੋਂ ਪਤਾ ਕਰੀਏ ਵੀ ਕਿਹੜਾ ਕੋਈ ਐਵੇਂ ਦਾ ਹੋਵੇ ਵੀ ਜਿਹੜਾ ਵਿਦਵਾਨ ਹੋਵੇ ਤੇ ਇਸ ਤਰ੍ਹਾਂ ਇਤਿਹਾਸ ਲਿਖਦਾ ਹੋਵੇ। ਫਿਰ ਇਹਨੂੰ ਪਤਾ ਲੱਗਿਆ ਵੀ ਇੱਕ ਬਜ਼ੁਰਗ ਮੌਲਵੀ ਹੈਗਾ ਹੈ ਜਿਹਦਾ ਨਾਮ ਬੂਟੇ ਸ਼ਾਹ ਹੈ। ਇਹ ਫਿਰ ਉਹਨੂੰ ਸੱਦਦਾ ਹੈ ਔਰ ਉਹਨੂੰ ਬੁਲਾਉਣਾ ਕਰਦਾ ਹੈ। ਲਿਖਨ ਕਿਤਾਬ ਉਸੇ ਫਰਮਾਇਓ। ਬੂਟੇ ਸ਼ਾਹ ਮੌਲਵੀ ਨੂੰ ਸੱਦ ਕੇ ਜਿਹੜਾ ਕੈਪਟਨ ਮਰੇ ਹੈ, ਇਹ ਉਹਨੂੰ ਕਹਿੰਦਾ ਵੀ ਆਪਾਂ ਇਤਿਹਾਸ ਲਿਖਣਾ ਹੈ, ਕਿਸੇ ਦੇ ਇਤਿਹਾਸ ਦੀ ਇੱਕ ਕਿਤਾਬ ਲਿਖਣੀ ਹੈ। ਸਿੰਘਣ ਕੀ ਉਤਪਤੀ ਲਿਖਾਇਓ। ਔਰ ਕਿਹੜਾ ਇਤਿਹਾਸ ਲਿਖਣਾ ਹੈ, ਸਿੰਘਾਂ ਦਾ, ਵੀ ਇਹ ਸਿੰਘਾਂ ਦਾ ਜਿਹੜਾ ਪੰਥ ਕਿਵੇਂ ਪ੍ਰਗਟ ਹੋਇਆ, ਇਹਨਾਂ ਨੂੰ ਰਾਜ ਭਾਗ ਕਿਵੇਂ ਮਿਲੇ, ਇਹ ਤਰੱਕੀਆਂ ਕਿਵੇਂ ਕਰਦੇ ਹਨ, ਇਹ ਸਿੰਘਾਂ ਦਾ ਇਤਿਹਾਸ ਆਪਾਂ ਨੇ ਲਿਖਣਾ ਹੈ। ਜਿਮ ਹੋਏ ਸੱਚ ਸੋ ਮੈਂ ਲਿਖਾਇਓ। ਤੋ ਕੈਪਟਨ ਮਰੇ ਕਹਿੰਦਾ ਵੀ ਇਹ ਬੂਟੇ ਸ਼ਾਹ, ਇਹ ਡਿਊਟੀ ਮੈਂ ਤੇਰੀ ਲਾਉਣਾ ਹੈ, ਤੂੰ ਇਤਿਹਾਸ ਦੀ ਖੋਜ ਕਰ, ਤੂੰ ਚੰਗਾ ਲਿਖਾਰੀ ਹੈ, ਤੂੰ ਇਸ ਕਰਕੇ ਸਿੰਘਾਂ ਦੇ ਇਤਿਹਾਸ ਦੇ ਬਾਰੇ ਲਿਖਣਾ ਹੈ। ਪਰ ਇਹ ਗੱਲ ਯਾਦ ਰੱਖੀ, ਜੋ ਕੁਝ ਸੱਚ ਹੋਊਗਾ ਉਹੀ ਲਿਖਣਾ ਹੈ ਤੂੰ। ਜਾ ਮੈਂ ਝੂਠ ਨਾ ਕੱਛ ਰਲਿਓ। ਔਰ ਆਪਣੇ ਵੱਲੋਂ ਕੋਈ ਵੀ ਝੂਠ ਨਹੀਂ ਰਲਾਉਣਾ ਉਹਦੇ ਵਿੱਚ। ਇਹ ਨਾ ਹੋਵੇ ਵੀ ਆਪਣੇ ਵੱਲੋਂ ਹੀ ਕੁਛ ਨਾ ਕੁਛ ਤੂੰ ਵਿੱਚ ਵਾੜੀ ਜਾਵੇਂ ਜਾਂ ਕੁਛ ਹੋਰ ਹੀ ਮਨ ਘੜਤ ਗੱਲਾਂ ਹੀ ਲਿਖੀ ਜਾਵੇਂ। ਇਸ ਤਰ੍ਹਾਂ ਨਹੀਂ ਕਰਨਾ, ਬਿਲਕੁਲ ਸੱਚ ਲਿਖਣਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਝੂਠ ਦਾ ਰਲੇਵਾ ਨਹੀਂ ਹੋਣਾ ਚਾਹੀਦਾ। ਯਹ ਜਾਵਗ ਸ਼ਾਹ ਲੰਦਨ ਪਾਸ। ਕਿਉਂਕਿ ਇਹ ਰਿਪੋਰਟ ਅਸੀਂ ਲੰਡਨ ਵਿਖੇ ਭੇਜਣੀ ਹੈ। ਔਰ ਦੀਪਨ ਮੈਂ ਹੋਗ ਪ੍ਰਕਾਸ਼। ਔਰ ਕੱਲੇ ਲੰਡਨ ਦੇ ਵਿੱਚ ਹੀ ਨਹੀਂ, ਤੈਨੂੰ ਪਤਾ ਹੋਣਾ ਚਾਹੀਦਾ ਹੈ ਵੀ ਜਦੋਂ ਪਹਿਲਾਂ ਅਸੀਂ ਓਰੀਜਨਲ ਕਾਪੀ ਲੰਡਨ ਭੇਜਦੇ ਹਾਂ, ਪਰ ਕਿਉਂਕਿ ਅੰਗਰੇਜ਼ਾਂ ਦਾ ਉਸ ਵਕਤ ਕੇਵਲ ਲੰਡਨ ਤਾਂ ਉਹਨਾਂ ਦਾ ਚਲੋ ਆਪਦਾ ਦੇਸ਼ ਸੀ, ਪਰ ਉਹ ਕਈ ਦੇਸ਼ਾਂ ਦੇ ਵਿੱਚ ਰਾਜ ਕਰਦੇ ਸਨ। ਇਹ ਪ੍ਰਚਲਿਤ ਮੁਹਾਵਰਾ ਵੀ ਅੰਗਰੇਜ਼ਾਂ ਦਾ ਕਦੀ ਸੂਰਜ ਨਹੀਂ ਸੀ ਡੁੱਬਦਾ, ਤੋਂ ਕਈ ਥਾਵਾਂ ਤੇ ਉਹ ਰਾਜ ਕਰਦੇ ਸਨ। ਇਸ ਕਰਕੇ ਇੱਕ ਤਾਂ ਉਹ ਓਰੀਜਨਲ ਕਾਪੀ ਲੰਡਨ ਭੇਜਦੇ ਸਨ, ਪਰ ਉਹਦੀਆਂ ਜਿਹੜੀਆਂ ਕਾਪੀਸ ਕਰਕੇ ਫਿਰ ਜਿੱਥੇ ਜਿੱਥੇ ਵੀ ਅੰਗਰੇਜ਼ ਰਹਿੰਦੇ ਸਨ ਉੱਥੇ ਉਹ ਕਾਪੀਸ ਭੇਜੀਆਂ ਜਾਂਦੀਆਂ ਸਨ। ਤੋਂ ਇਹ ਜਿਹੜਾ ਕੈਪਟਨ ਮਰੇ ਹੈ, ਇਹ ਕਹਿਣ ਲੱਗਾ ਵੀ ਬੂਟੇ ਸ਼ਾਹ ਵੀ ਇੱਕ ਤਾਂ ਇਹ ਰਿਪੋਰਟ ਅਸੀਂ ਲੰਡਨ ਭੇਜਣੀ ਹੈ, ਪਰ ਕੱਲੀ ਲੰਡਨ ਹੀ ਨਹੀਂ, ਇਹ ਹੋਰ ਕਈ ਦੀਪਾਂ ਤੇ ਹੋਰ ਕਈ ਥਾਵਾਂ ਤੇ ਵੀ ਇਸ ਕਿਤਾਬ ਨੇ ਪਹੁੰਚਣਾ ਹੈ। ਦੋਹਰਾ ਐਸੀ ਐਸ ਤਕੀਦ ਕਰ ਬੂਟੇ ਸ਼ਾਹ ਸਮਝਾਏ। ਸੋ ਕੈਪਟਨ ਮਰੇ ਨੇ ਬੂਟੇ ਸ਼ਾਹ ਨੂੰ ਇਹ ਤਕੀਦ ਕੀਤੀ, ਇਹ ਗੱਲ ਪੱਕੀ ਕਰ ਦਿੱਤੀ, ਉਹਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਲਿਖਿਓ ਹਕੀਕਤ ਖਾਲਸਾ ਜਿਮ ਸਿੰਘਨ ਭਇਓ ਵਤਾਏ। ਇਹ ਕਹਿ ਦਿੱਤਾ ਵੀ ਖਾਲਸੇ ਦੀ ਹਕੀਕਤ, ਜੋ ਖਾਲਸੇ ਦਾ ਸੱਚਾ ਇਤਿਹਾਸ ਹੈ
ਉਹ ਲਿਖਣਾ ਕਰੋ। ਸਿੰਘਾਂ ਦੀ ਤਰੱਕੀ ਕਿਵੇਂ ਹੋਈ, ਇਹਨਾਂ ਦਾ ਪੰਥ ਕਿਵੇਂ ਵਧਿਆ, ਇਹ ਸਾਰੀ ਚੀਜ਼ ਖੋਜ ਕਰਕੇ ਤੁਸੀਂ ਲਿਖਣਾ ਕਰੋ। ਉਸੀ ਕਚਹਿਰੀ ਹਮ ਥੇ ਗਏ। ਚੌਪਈ ਉਸੀ ਕਚਹਿਰੀ ਹਮ ਥੇ ਗਏ। ਹੁਣ ਇਹ ਗੱਲ ਸਮਝਿਓ ਸਾਧ ਸੰਗਤ। ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਆ ਵੀ ਅਸੀਂ ਵੀ ਇੱਕ ਦਿਨ ਉਸ ਲੁਧਿਆਣੇ ਦੀ ਕਚਹਿਰੀ 'ਚ ਜਾਂਦੇ ਹਾਂ। ਹੁਣ ਆਪਾਂ ਨੂੰ ਪਤਾ ਵੀ ਜਿਹੜਾ ਭਾਈ ਰਤਨ ਸਿੰਘ ਭੰਗੂ ਹੈ, ਖੰਨੇ ਦੇ ਕੋਲ ਭੜੀ ਪਿੰਡ ਪੈਂਦਾ, ਉੱਥੋਂ ਦਾ ਆਪ ਜੀ ਦਾ ਜਨਮ ਹੈ। ਤੇ ਇਹ ਜਿਹੜੇ ਪਿੰਡ ਦੇ ਜਿਹੜੇ ਕੰਮਕਾਜ ਆ ਉਹ ਲੁਧਿਆਣੇ ਦੀ ਕਚਹਿਰੀ 'ਚ ਹੀ ਹੋਇਆ ਕਰਦੇ ਸਨ। ਔਰ ਜਿਹੜਾ ਭਾਈ ਰਤਨ ਸਿੰਘ ਭੰਗੂ ਸੀ, ਕਿਉਂਕਿ ਇਹ ਸਰਦਾਰ ਘਰਾਣਿਆਂ ਦੇ ਵਿੱਚੋਂ ਹੀ ਸੀ, ਤਾਂ ਬੜਾ ਇਹਦਾ ਮਾਣ ਸਤਿਕਾਰ ਸੀ। ਇਸ ਕਰਕੇ ਲੁਧਿਆਣੇ ਕਚਹਿਰੀ ਵਿੱਚ ਜਾਂਦਾ ਸੀ, ਕੰਮਕਾਜ ਉੱਥੇ ਪੈਂਦੇ ਸੀ ਇਹਨਾਂ ਨੂੰ, ਔਰ ਬੜਾ ਸਤਿਕਾਰ ਸੀ ਉੱਥੇ ਇਹਨਾਂ ਦਾ। ਇਸ ਕਰਕੇ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਕਿ ਕੈਪਟਨ ਮਰੇ ਨੇ ਬੂਟੇ ਸ਼ਾਹ ਦੀ ਡਿਊਟੀ ਲਾਤੀ, ਔਰ ਇਧਰੋਂ ਅਸੀਂ ਵੀ ਇੱਕ ਦਿਨ ਕਚਹਿਰੀ ਵਿੱਚ ਜਾਣਾ ਕਰਦੇ ਹਾਂ। ਸੁਨ ਜਹ ਬਾਤ ਸੁਚਿੰਤਤ ਭਏ। ਔਰ ਕਹਿੰਦੇ ਜਦੋਂ ਅਸੀਂ ਲੁਧਿਆਣੇ ਦੀ ਕਚਹਿਰੀ ਵਿੱਚ ਗਏ, ਉੱਥੇ ਜਾ ਕੇ ਸਾਨੂੰ ਇਹ ਗੱਲ ਪਤਾ ਲੱਗੀ ਵੀ ਜਿਹੜੇ ਅੰਗਰੇਜ਼ ਹਨ ਉਹ ਮੌਲਵੀ ਸ਼ਾਹ, ਜਿਹੜਾ ਇਹ ਬੂਟੇ ਸ਼ਾਹ ਹੈ, ਇਹਦੇ ਤੋਂ ਇਤਿਹਾਸ ਲਿਖਾ ਰਹੇ ਹਨ। ਇਸ ਕਰਕੇ ਕਹਿੰਦੇ ਵੀ ਜਦੋਂ ਮੈਂ ਇਹ ਗੱਲ ਸੁਣੀ ਵੀ ਉਹਦੇ ਤੋਂ ਇਤਿਹਾਸ ਲਿਖਾਇਆ ਜਾ ਰਿਹਾ ਹੈ, ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਸਾਡੇ ਮਨ ਵਿੱਚ ਬੜੀ ਚਿੰਤਾ ਹੁੰਦੀ ਹੈ। ਯਹ ਮੌਲਵੀ ਹੈ ਮੁਸਲਮਾਨ। ਚਿੰਤਾ ਇਸ ਕਰਕੇ ਹੁੰਦੀ ਹੈ ਵੀ ਇਹ ਮੌਲਵੀ ਤਾਂ ਇੱਕ ਮੁਸਲਮਾਨ ਹੈ। ਕਬ ਸਿੱਖਣ ਜਸ ਕਰੈ ਬਖਾਨ। ਹੁਣ ਇਹ ਨਹੀਂ ਵੀ ਮੁਸਲਮਾਨਾਂ ਦੇ ਨਾਲ ਸਾਡਾ ਕੋਈ ਵੈਰ ਹੈ, ਅਸੀਂ ਵੈਰ ਨਹੀਂ ਕਰਦੇ ਕਿਸੇ ਦੇ ਨਾਲ, ਅਸੀਂ ਤਾਂ ਸਰਬੱਤ ਦਾ ਭਲਾ ਲੋਚਦੇ ਹਾਂ। ਪਰ ਉਹ ਸਾਡੇ ਨਾਲ ਉਸ ਵਕਤ ਵੈਰ ਕਮਾ ਰਹੇ ਸੀ, ਕਿਉਂਕਿ ਦਿੱਲੀ ਦਾ ਬਾਦਸ਼ਾਹ ਜਿਹੜਾ ਹੈ ਉਹ ਵੀ ਤੁਰਕ ਸੀ, ਔਰ ਉਹਨੇ ਵੀ ਸਿੰਘਾਂ ਬਾਰੇ ਸੱਚ ਨਹੀਂ ਸੀ ਦੱਸਿਆ। ਹੁਣ ਜਿਹੜੀ ਹੁਣ ਜੀ ਦੀ ਡਿਊਟੀ ਲੱਗੀ ਇਤਿਹਾਸ ਲਿਖਣ ਦੀ, ਉਹ ਵੀ ਮੁਸਲਮਾਨ ਹੈ, ਤੁਰਕਾਂ ਦਾ ਹਮੈਤੀ ਹੈ, ਤੁਰਕਾਂ ਦੀ ਸਪੋਰਟ ਕਰਨ ਵਾਲਾ ਹੈ। ਤੋ ਇਸ ਕਰਕੇ ਭਾਈ ਰਤਨ ਸਿੰਘ ਭੰਗੂ ਜੀ ਲਿਖਦੇ ਹਨ ਵੀ ਸਾਡੇ ਮਨ ਦੇ ਵਿੱਚ ਚਿੰਤਾ ਹੁੰਦੀ ਹੈ ਵੀ ਹੁਣ ਫਿਰ ਡਿਊਟੀ ਇੱਕ ਮੁਸਲਮਾਨ ਦੀ ਲੱਗ ਗਈ, ਤੇ ਇਹ ਇੱਕ ਮੁਸਲਮਾਨ ਹੋ ਕੇ ਸਿੰਘਾਂ ਦੇ ਬਾਰੇ ਸੱਚ ਕਿਉਂ ਲਿਖੇਗਾ, ਇਹ ਸਿੰਘਾਂ ਦਾ ਜਸ ਕਿਉਂ ਕਰੇਗਾ। ਕਬ ਸਿੱਖਣ ਜਸ ਕਰੈ ਬਖਾਨ, ਇਹ ਸਿੰਘਾਂ ਦੀ ਮਹਿਮਾ ਕਿਵੇਂ ਬਿਆਨ ਕਰੇਗਾ। ਕਰ ਗੋਸ਼ਟ ਹਮ ਮਰੀ ਸਮਝਾਇਓ। ਇਸ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਫਿਰ ਅਸੀਂ ਵਿਚਾਰ ਕਰਕੇ ਕੈਪਟਨ ਮਰੇ ਨੂੰ ਸਮਝਾਉਣਾ ਕੀਤਾ। ਉਸਕਾ ਲਿਖਿਆ ਹਮੇ ਦਿਖਾਇਓ। ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਅਸੀਂ ਕੈਪਟਨ ਮਰੇ ਨੂੰ ਕਹਿ ਦਿੱਤਾ ਵੀ ਜੋ ਕੁਝ ਬੂਟੇ ਸ਼ਾਹ ਲਿਖੂਗਾ ਨਾ, ਇੱਕ ਵਾਰੀ ਤੁਸੀਂ ਮੈਨੂੰ ਦਿਖਾ ਜ਼ਰੂਰ ਦਿਓ। ਉਸਕਾ इसको देख हम बात उचारी। ਔਰ ਜਦੋਂ ਕੈਪਟਨ ਮਰੇ ਨੇ ਬੂਟੇ ਸ਼ਾਹ ਦੀ ਲਿਖਤ ਭਾਈ ਰਤਨ ਸਿੰਘ ਜੀ ਨੂੰ ਦਿਖਾਈ, ਤੇ ਉਹ ਲਿਖਤ ਵੇਖ ਕੇ ਫਿਰ ਭਾਈ ਰਤਨ ਸਿੰਘ ਜੀ ਕੈਪਟਨ ਮਰੇ ਨੂੰ ਇਹ ਗੱਲ ਦੱਸਦੇ ਹਨ। ਇਨ ਗੱਲ ਖਾਲਸੇ ਕਹੀ ਨਾ ਸਾਰੀ। ਤਾਂ ਭਾਈ ਸਾਹਿਬ ਨੇ ਉਸ ਅੰਗਰੇਜ਼ ਨੂੰ ਦੱਸ ਦਿੱਤਾ ਵੀ ਬੂਟੇ ਸ਼ਾਹ ਤੋਂ ਤੁਸੀਂ ਲਿਖਾ ਤਾਂ ਰਹੇ ਹੋ, ਇਹਨੇ ਲਿਖ ਤਾਂ ਦਿੱਤਾ, ਪਰ ਇਹਨੇ ਖਾਲਸੇ ਦੀ ਸਾਰੀ ਗੱਲ ਨਹੀਂ ਦੱਸੀ ਤੁਹਾਨੂੰ। ਇਨ ਗੱਲ ਖਾਲਸੇ ਕਹੀ ਨਾ ਸਾਰੀ, ਖਾਲਸੇ ਦੀ ਪੂਰੀ ਮਹਿਮਾ, ਉਹ ਪੂਰਾ ਪ੍ਰਸੰਗ ਕੀ ਹੈ, ਖਾਲਸੇ ਦਾ ਪੂਰਾ ਇਤਿਹਾਸ ਕੀ ਹੈ, ਇਹਨੇ ਸਾਰਾ ਕੁਝ ਲਿਖਣਾ ਨਹੀਂ ਕੀਤਾ। ਦੋਹਰਾ ਸੋ ਮਰੀ ਹਮਾਰੋ ਮਿਤ ਭਇਓ, ਮੋਹੇ ਫਿਰ ਕਹਿਓ ਬੁਲਵਾਏ। ਤੋ ਭਾਈ ਰਤਨ ਸਿੰਘ ਕਹਿੰਦੇ ਵੀ ਜਿਹੜਾ ਕੈਪਟਨ ਮਰੇ ਸੀ ਨਾ, ਉਹ ਮੇਰਾ ਬੜਾ ਚੰਗਾ ਮਿੱਤਰ ਬਣ ਗਿਆ, ਕਾਫੀ ਉਹਦੇ ਨਾਲ ਦੋਸਤੀ ਹੋ ਗਈ, ਨੇੜਤਾ ਵੱਧ ਗਈ। ਤੇ ਕਹਿੰਦੇ ਵੀ ਫਿਰ ਇੱਕ ਦਿਨ ਉਹ ਕੈਪਟਨ ਮਰੇ ਨੇ ਮੈਨੂੰ ਬੁਲਾਉਣਾ ਕੀਤਾ। ਜਿਮ ਉਤਪਤ ਭਈ ਖਾਲਸੇ ਤੁਮ ਦੇਹੋ ਲਿਖਾਏ। ਤੋ ਉਹ ਅੰਗਰੇਜ਼ ਕੈਪਟਨ ਮਰੇ ਫਿਰ ਭਾਈ ਰਤਨ ਸਿੰਘ ਜੀ ਨੂੰ ਕਹਿੰਦਾ ਹੈ ਵੀ ਠੀਕ ਹੈ, ਤੇਰੀ ਗੱਲ ਮੰਨ ਲੈਨੇ ਆ ਵੀ ਬੂਟੇ ਸ਼ਾਹ ਤੁਹਾਡਾ ਇਤਿਹਾਸ ਸਹੀ ਨਹੀਂ ਦੱਸ ਰਿਹਾ, ਇਸ ਕਰਕੇ ਫਿਰ ਤੁਸੀਂ ਹੀ ਇਹ ਉਦਮ ਕਰੋ ਵੀ ਖਾਲਸੇ ਦਾ ਕੀ ਇਤਿਹਾਸ ਹੈ, ਫਿਰ ਤੁਸੀਂ ਹੀ ਇਹਦੀ ਖੋਜ ਕਰਕੇ ਸਾਨੂੰ ਲਿਖਾ ਦਿਓ, ਕਿਉਂਕਿ ਤੁਸੀਂ ਤਾਂ ਤੁਹਾਡੇ ਵੱਡੇ ਰਾਜ ਭਾਗ ਲੈਣ ਵਾਲੇ ਹੋਏ ਨੇ, ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ। ਇਸ ਕਰਕੇ ਇਹ ਡਿਊਟੀ ਅਸੀਂ ਤੁਹਾਡੀ ਲਾਉਂਦੇ ਆ, ਤੁਸੀਂ ਫਿਰ ਸਾਨੂੰ ਆਪਣਾ ਇਤਿਹਾਸ ਦੱਸਣਾ ਕਰੋ। ਚੌ ਪਈ ਤੋ ਮੈਂ ਕਹੀ ਸੁਣ ਮਰੀ ਕਪਤਾਨ। ਤਾਂ ਉਸ ਵਕਤ ਭਾਈ ਰਤਨ ਸਿੰਘ ਜੀ ਕਹਿਣ ਲੱਗੇ ਕੈਪਟਨ ਮਰੇ ਨੂੰ, ਇਹ ਮੇਰੀ ਗੱਲ ਸੁਣਨਾ ਕਰੋ। ਤੁਮ ਪਤੀਜਤ ਹੋਏ ਮੁਸਲਮਾਨ। ਭਾਈ ਸਾਹਿਬ ਕਹਿੰਦੇ, ਹੇ ਅੰਗਰੇਜ਼, ਹੇ ਕੈਪਟਨ ਮਰੇ, ਵੀ ਤੁਸੀਂ ਮੁਸਲਮਾਨਾਂ ਤੇ ਬੜਾ ਭਰੋਸਾ ਕਰ ਰਹੇ ਹੋ। ਤੁਰਕਨ ਹਿੰਦੂਆਂ ਬੈਰ ਹੈ ਆਦ। ਕੀ ਤੁਹਾਨੂੰ ਪਤਾ ਨਹੀਂ ਵੀ ਜਿਹੜੇ ਤੁਰਕ ਹਨ, ਇਹਨਾਂ ਦਾ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਬੜਾ ਵੈਰ ਹੈ, ਬੜਾ ਇਹ ਵਿਰੋਧ ਕਰਦੇ ਹਨ। ਖਹਾ ਖਹੀ ਕਰ ਰੱਖੈ ਬਾਦ। ਇਹ ਸਦਾ ਹੀ ਇੱਥੋਂ ਦੇ ਲੋਕਾਂ ਦੇ ਨਾਲ ਝਗੜਾ ਹੀ ਪਾਈ ਬੈਠਦੇ ਹਨ। ਹਿੰਦੂਆਂ ਕੀ ਤੁਰਕ ਖੋਟੀ ਕਹੈ। ਜਿਹੜੇ ਤੁਰਕ ਹਨ,
ਭਾਈ ਰਤਨ ਸਿੰਘ ਜੀ ਕਹਿੰਦੇ ਵੀ ਤੁਰਕ ਜਿਹੜੇ ਹਨ ਉਹ ਹਿੰਦੂਆਂ ਦੇ ਬਾਰੇ ਤਾਂ ਸਦਾ ਝੂਠ ਹੀ ਬੋਲਦੇ ਹਨ, ਔਰ ਹਿੰਦੁਸਤਾਨ ਦੇ ਜਿਹੜੇ ਲੋਕ ਹਨ ਇੱਥੋਂ ਦੇ ਬਾਰੇ ਤਾਂ ਉਹ ਸਦਾ ਗਲਤ ਹੀ ਕਹਿੰਦੇ ਹਨ। ਹਿੰਦੂ ਤੁਰਕਨ ਨਿੰਦਤ ਰਹੈ। ਔਰ ਇੱਥੋਂ ਦੇ ਲੋਕ ਕਿਹੜਾ ਫਿਰ ਘੱਟ ਨੇ, ਉਹ ਵੀ ਤਾਂ ਫਿਰ ਤੁਰਕਾਂ ਨੂੰ ਗਲਤ ਹੀ ਕਹਿੰਦੇ, ਕਿਉਂਕਿ ਜਦੋਂ ਤੁਰਕ ਜ਼ੁਲਮ ਕਰਦੇ ਹਨ ਤਾਂ ਫਿਰ ਇੱਥੋਂ ਦੇ ਲੋਕ ਵੀ ਫਿਰ ਤੁਰਕਾਂ ਨੂੰ ਮਾੜਾ ਹੀ ਦੱਸਦੇ ਹਨ। ਅਬ ਮਾਲੀ ਕਪਤਾਨ ਬਖਾਨੀ। ਫਿਰ ਕੈਪਟਨ ਮਰੇ ਜਿਹੜਾ ਹੈ ਉਹ ਗੱਲ ਕਹਿਣਾ ਕਰਦਾ ਹੈ, ਹਮ ਅੰਗਰੇਜ਼ ਹੈ ਚਤੁਰ ਗਿਆਨੀ। ਕੈਪਟਨ ਮਰੇ ਕਹਿਣ ਲੱਗਾ ਵੀ ਭਾਈ ਸਾਹਿਬ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਜਿਹੜੇ ਅੰਗਰੇਜ਼ ਆ ਅਸੀਂ ਬੜੇ ਗਿਆਨੀ ਹੁੰਨੇ ਆ, ਅਸੀਂ ਕੋਈ ਐਵੇਂ ਨਹੀਂ ਮੂਰਖ ਜੱਟ ਵੀ ਐਵੇਂ ਤੁਰੇ ਫਿਰਦੇ ਆ, ਕੋਈ ਵੀ ਢਿੱਲੇ ਮੱਠੇ ਹੀ ਕੋਈ ਕੰਮ ਕਰ ਦਿੰਦੇ ਆ, ਅਸੀਂ ਕੋਈ ਵੀ ਕੱਚੇ ਪੈਰੀ ਕੰਮ ਨਹੀਂ ਕਰਦੇ, ਅਸੀਂ ਬੜੇ ਸਿਆਣੇ ਲੋਕ ਹਾਂ, ਬੜੇ ਗਿਆਨੀ ਲੋਕ ਹਾਂ। ਸਾਚ ਝੂਠ ਹਮ ਖੂਬ ਵਿਚਾਰੇ। ਕੋਈ ਗੱਲ ਨਹੀਂ, ਜਿਹੜਾ ਮਰਜ਼ੀ ਇਤਿਹਾਸ ਲਿਖੇ ਅਸੀਂ ਸੱਚ ਤੇ ਝੂਠ ਦੀ ਚੰਗੀ ਤਰ੍ਹਾਂ ਵਿਚਾਰ ਕਰਦੇ ਹਾਂ। ਦੂਧ ਨੀਰ ਜਿਮ ਹੰਸ ਨਿਹਾਰੇ। ਜਿਵੇਂ ਹੰਸ ਦਾ ਲੱਛਣ ਹੁੰਦਾ ਹੈ ਨਾ ਕਿ ਉਹ ਦੁੱਧ ਤੇ ਪਾਣੀ ਨਖੇੜ ਲੈਂਦਾ ਹੈ, ਦੁੱਧ ਨੂੰ ਵੱਖਰਾ ਛਿੱਡੀ ਵੱਖਰਾ ਕਰ ਲੈਂਦਾ ਹੈ ਤੇ ਪਾਣੀ ਨੂੰ ਵੱਖਰਾ ਕਰ ਲੈਂਦਾ ਹੈ, ਇਸੇ ਤਰ੍ਹਾਂ ਅਸੀਂ ਵੀ ਸੱਚ ਤੇ ਝੂਠ ਦਾ ਨਿਤਾਰਾ ਕਰ ਲੈਂਦੇ ਹਾਂ। ਬਿਸ਼ਕ ਲਿਖਾਵੋ ਸੱਚ ਹਮ ਪਾਹੇ। ਬੇਸ਼ੱਕ ਲਿਖਾਵੋ ਸੱਚ ਹਮ ਪਾਹੇ, ਕਹਿੰਦੇ ਬੇਸ਼ੱਕ ਇਹ ਅਸੀਂ ਤੁਹਾਡੇ ਤੋਂ ਵੀ ਸੱਚ ਲਿਖਾ ਲਈਏ। ਝੂਠ ਹੋਏ ਹਮ ਲਿਖੈ ਨਾ ਵਾਹੇ। ਜੇ ਤਾਂ ਸੱਚ ਹੋਇਆ ਅਸੀਂ ਮੰਨ ਲਵਾਂਗੇ, ਪਰ ਜੇ ਝੂਠ ਨਿਕਲਿਆ ਅਸੀਂ ਉਹ ਵੀ ਫਿਰ ਮੰਨਣਾ ਨਹੀਂ ਕਰਾਂਗੇ। ਅੰਗਰੇਜ਼ ਲੋਕ ਜੋ ਭਰ ਭੂਮ ਜਾਵਤ। ਉਹ ਕੈਪਟਨ ਮਰੇ ਕਹਿਣ ਲੱਗਾ ਵੀ ਇਹ ਭਾਈ ਸਾਹਿਬ ਤੁਹਾਨੂੰ ਦੱਸ ਦਈਏ ਵੀ ਜਿਹੜੇ ਅਸੀਂ ਅੰਗਰੇਜ਼ ਆ ਨਾ, ਜੇ ਅਸੀਂ ਕਿਸੇ ਬਗਾਨਿਆਂ ਦੀ ਧਰਤੀ ਤੇ ਚਲੇ ਜਾਈਏ, ਕਿਸੇ ਬਗਾਨੇ ਦੇਸ਼ ਚਲੇ ਜਾਈਏ, ਤੇ ਸਹਿ ਹਵਾਲ ਸਭੀ ਲਿਖਤ ਲਿਆਵਤ। ਫਿਰ ਜਦੋਂ ਅਸੀਂ ਕਿਸੇ ਬਗਾਨੇ ਦੇਸ਼ ਜਾਂਦੇ ਆ ਉੱਥੋਂ ਦਾ ਕੀ ਇਤਿਹਾਸ ਹੈ, ਉੱਥੋਂ ਦੀ ਕਿਵੇਂ ਦਾ ਕਲਚਰ ਹੈ, ਕੀ ਸੱਭਿਆਚਾਰ ਹੈ, ਕੀ ਰਹਿਣੀ ਸਹਿਣੀ ਆ, ਜਿੱਥੇ ਵੀ ਅਸੀਂ ਜਾਂਦੇ ਆ ਉੱਥੋਂ ਦੇ ਬਾਰੇ ਅਸੀਂ ਚੰਗੀ ਤਰ੍ਹਾਂ ਖੋਜ ਕਰਦੇ ਆ, ਚੰਗੀ ਤਰ੍ਹਾਂ ਉੱਥੋਂ ਦੇ ਬਾਰੇ ਅਸੀਂ ਲਿਖਾਉਣਾ ਕਰਦੇ ਹਾਂ। ਜੋ ਹੋਤ ਹੈ ਸਭ ਸਾਚ ਸਭ ਖਾਸ। ਉੱਥੋਂ ਦੇ ਬਾਰੇ ਜੋ ਕੁਝ ਵੀ ਸੱਚ ਹੁੰਦਾ ਹੈ ਸੋ ਪੁਜਾਇਤ ਪਤ ਲੰਦਨ ਪਾਸ। ਫਿਰ ਉਹ ਰਿਪੋਰਟ ਹੀ ਅਸੀਂ ਤਿਆਰ ਕਰਕੇ ਲੰਡਨ ਦੇ ਵਿੱਚ ਭੇਜਦੇ ਹਾਂ। ਦੋਹਰਾ ਤੋ ਮਾਲੀ ਨੈ ਹਮ ਕਹਿਓ ਇਤਨੀ ਬਾਤ ਬਤਾਹੂ। ਉਸ ਤੋਂ ਬਾਅਦ ਫਿਰ ਕੈਪਟਨ ਮਰੇ ਭਾਈ ਸਾਹਿਬ ਨੂੰ ਕਹਿਣ ਲੱਗਾ ਵੀ ਸਾਨੂੰ ਇੰਨੀ ਗੱਲ ਦੱਸਣਾ ਕਰੋ। ਸਿੰਘਨ ਪਾਇਓ ਰਾਜ ਕਿਮ ਔ ਦੀਨੋ ਕਿਨ ਪਾਤਸ਼ਾਹ। ਕੈਪਟਨ ਮਰੇ ਪੁੱਛਦਾ ਵੀ ਭਾਈ ਸਾਹਿਬ ਜੀ ਸਾਨੂੰ ਦੱਸਣਾ ਕਰੋ ਵੀ ਸਿੰਘਾਂ ਨੇ ਰਾਜ ਕਿਵੇਂ ਪਾਇਆ, ਇਹਨਾਂ ਨੂੰ ਪਾਤਸ਼ਾਹੀ ਕਿੰਨੇ ਦਿੱਤੀ ਹੈ। ਚੌਪਈ ਤਿਸੈ ਬਾਤ ਮੈਂ ਐਸੇ ਕਹੀ। ਫਿਰ ਉਸ ਤੋਂ ਬਾਅਦ ਭਾਈ ਰਤਨ ਸਿੰਘ ਜੀ ਉਸ ਅੰਗਰੇਜ਼ ਨੂੰ ਜਵਾਬ ਦਿੰਦੇ ਹਨ। ਸਿੰਘਣ ਪਾਤਸ਼ਾਹੀ ਸਾਹੇ ਸੱਚੈ ਦਈ। ਤੋਂ ਭਾਈ ਸਾਹਿਬ ਕਹਿਣ ਲੱਗੇ ਵੀ ਜਿਹੜੇ ਸਿੰਘਾਂ ਨੂੰ ਪਾਤਸ਼ਾਹੀ ਕਿਸੇ ਐਰੇ ਗੈਰੇ ਨੇ ਨਹੀਂ ਦਿੱਤੀ, ਇਹਨੂੰ ਸੱਚੇ ਪਾਤਸ਼ਾਹ ਨੇ, ਸਿੰਘਾਂ ਨੂੰ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ। ਮਰੀ ਕਹਿਓ ਸ਼ਾਹ ਚੋ ਕੋਏ। ਤੋਂ ਮਰੀ ਕਹਿਣ ਲੱਗਾ ਵੀ ਭਾਈ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਹੈ, ਇਹ ਸੱਚਾ ਪਾਤਸ਼ਾਹ ਕੌਣ ਹੈ। ਅਸਾਂ ਕਹਿਓ ਸ਼ਾਹ ਨਾਨਕ ਜੋਏ। ਤੇ ਭਾਈ ਸਾਹਿਬ ਦੱਸਦੇ ਹਨ ਵੀ ਸੱਚਾ ਪਾਤਸ਼ਾਹ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਇਹ ਹੈ ਅਸਲ ਦੇ ਵਿੱਚ ਸੱਚਾ ਪਾਤਸ਼ਾਹ। ਉਸ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਸਿੰਘਾਂ ਨੂੰ ਪਾਤਸ਼ਾਹੀ ਬਖਸ਼ੀ ਹੈ। ਮਰੀ ਕਹਿਓ ਭਇਓ ਨਾਨਕ ਫਕੀਰ। ਔਰ ਗੁਰੂ ਨਾਨਕ ਸਾਹਿਬ ਤਾਂ ਫਿਰ ਫੇਮਸ ਸਨ, ਬੜੇ ਦੂਰ ਦੂਰ ਤੱਕ ਗੁਰੂ ਨਾਨਕ ਸਾਹਿਬ ਦੀਆਂ ਗਾਥਾਵਾਂ ਪ੍ਰਚਲਿਤ ਸਨ, ਕਿਉਂਕਿ ਗੁਰੂ ਸਾਹਿਬ ਜੀ ਨੇ ਜਗਤ ਦੀ ਫੇਰੀ ਪਾਈ। ਇੱਥੋਂ ਤੱਕ ਮਹਾਰਾਜ ਯੂਰਪ ਕੰਟਰੀਜ਼ ਦੇ ਵਿੱਚ ਵੀ ਜਾਂਦੇ ਹਨ, ਔਰ ਅੱਜ ਕੱਲ੍ਹ ਇਹ ਵੀ ਸਬੂਤ ਮਿਲਦੇ ਹਨ ਵੀ ਗੁਰੂ ਨਾਨਕ ਸਾਹਿਬ ਤੋਂ ਕਈ ਯੂਰਪ ਕੰਟਰੀਜ਼ ਦੇ ਪੌਪ ਵੀ ਪ੍ਰਭਾਵਿਤ ਹੋ ਕੇ ਸਿੱਖ ਬਣਦੇ ਹਨ। ਹਾਲਾਂਕਿ ਉਹ ਸਾਰੇ ਸਬੂਤ ਅੰਗਰੇਜ਼ਾਂ ਨੇ ਮਿਟਾ ਦਿੱਤੇ, ਪਰ ਖੈਰ ਗੁਰੂ ਨਾਨਕ ਸਾਹਿਬ ਬੜੇ ਮਸ਼ਹੂਰ ਸੀ, ਅੰਗਰੇਜ਼ ਜਾਣਦਾ ਸੀ ਗੁਰੂ ਨਾਨਕ ਸਾਹਿਬ ਦੇ ਬਾਰੇ। ਤੇ ਉਹ ਅੰਗਰੇਜ਼ ਕਹਿਣ ਲੱਗਾ, ਮਰੀ ਜਿਹੜਾ ਹੈ ਕੈਪਟਨ, ਉਹ ਕਹਿਣ ਲੱਗਾ ਵੀ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਪਾਤਸ਼ਾਹੀ ਦਿੱਤੀ ਹੈ, ਪਰ ਅਸੀਂ ਤਾਂ ਸੁਣਿਆ ਵੀ ਉਹ ਤਾਂ ਇੱਕ ਫੱਕਰ ਬੰਦਾ ਸੀ, ਫਕੀਰ ਸੀ, ਵੀ ਕਦੀ ਕਿੱਥੇ ਚਲੇ ਗਏ ਕਦੀ ਕਿੱਥੇ ਚਲੇ ਗਏ, ਚੱਕਰਵਰਤੀ ਹੈਗੇ ਸੀ ਉਹ, ਬੜੇ ਫਕੀਰ ਜਿਹੜੇ ਮਹਾਂਪੁਰਸ਼ ਸਨ, ਉਹਨਾਂ ਨੇ ਪਾਤਸ਼ਾਹੀ ਦਿੱਤੀ। ਕੈਪਟਨ ਮਰੇ ਇਹ ਸੁਣ ਕੇ ਬੜਾ ਹੈਰਾਨ ਹੁੰਦਾ ਹੈ। ਉਨ ਸ਼ਾਹੀ ਕੀ ਕਿਆ ਤਤਬੀਰ। ਉਹ ਤਾਂ ਇੱਕ ਫਕੀਰ ਜੇ ਬੰਦੇ ਸੀ, ਉਹਨਾਂ ਦੇ ਕੋਲ ਬਾਦਸ਼ਾਹੀ ਦੇ ਤਰੀਕੇ ਕਿੱਥੋਂ ਆਏ, ਉਹਨਾਂ ਕੋਲ ਕੀ ਮਤਲਬ ਅਧਿਕਾਰ ਸੀ ਵੀ ਉਹ ਕਿਸੇ ਨੂੰ ਪਾਤਸ਼ਾਹੀ ਦੇ ਸਕਦੇ। ਹਮੈ ਕਹਿਓ ਵਹਿ ਸ਼ਾਹਨ ਸ਼ਾਹ। ਤਾਂ ਭਾਈ ਸਾਹਿਬ ਜੀ ਜਵਾਬ ਦਿੰਦੇ ਵੀ ਇਹ ਕੈਪਟਨ ਮਰੇ ਵੀ ਤੁਸੀਂ ਕਿਹੜੇ
ਸਮੇਂ ਦੇ ਵਿੱਚ ਤੁਰੇ ਫਿਰਦੇ ਹੋ। ਗੁਰੂ ਨਾਨਕ ਸਾਹਿਬ ਤਾਂ ਸ਼ਾਹਾਂ ਦਾ ਸ਼ਾਹ ਹੈ, ਉਹ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹ ਬੜੇ ਮਹਾਨ ਹਨ। ਦੀਨ ਦੁਨੀ ਸੱਚੋ ਪਾਤਸ਼ਾਹ ਗੁਰੂ ਨਾਨਕ ਸਾਹਿਬ ਤਾਂ ਦੀਨ ਦੁਨੀਆ ਦੇ ਪਾਤਸ਼ਾਹ ਹਨ। ਕਈ ਸ਼ਾਹ ਤਿਨ ਕੀਓ ਫਕੀਰ। ਗੁਰੂ ਨਾਨਕ ਸਾਹਿਬ ਇੰਨੀ ਸਮਰੱਥਾ ਦੇ ਮਾਲਕ ਹਨ ਕਿ ਉਹਨਾਂ ਨੇ ਕਿੰਨੇ ਹੀ ਬਾਦਸ਼ਾਹਾਂ ਨੂੰ ਫਕੀਰ ਕਰ ਦਿੱਤਾ, ਕਈ ਫਕੀਰ ਕਰ ਦੀਨੇ ਪੀਰ। ਔਰ ਕਈ ਫਕੀਰਾਂ ਨੂੰ ਉਹਨਾਂ ਨੇ ਬਾਦਸ਼ਾਹ ਬਣਾ ਦਿੱਤਾ। ਰਹਿਓ ਆਪ ਹੋਏ ਬੇਪਰਵਾਹ। ਉਹਨਾਂ ਦੇ ਕੋਲ ਇੰਨੀ ਤਾਕਤ ਸੀ ਵੀ ਬਾਦਸ਼ਾਹਾਂ ਨੂੰ ਫਕੀਰ ਬਣਾ ਦਿੰਦੇ ਸਨ, ਫਕੀਰਾਂ ਨੂੰ ਬਾਦਸ਼ਾਹ ਬਣਾ ਦਿੰਦੇ ਸਨ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ, ਉਹ ਤਾਂ ਇੰਨੀ ਸਮਰੱਥਾ ਦੇ ਮਾਲਕ ਸਨ, ਪਰ ਆਪ ਉਹ ਬੇਪਰਵਾਹ ਰਹਿੰਦੇ ਸਨ, ਉਹ ਕੋਈ ਪਰਵਾਹ ਨਹੀਂ ਮਾਰਦੇ ਸਨ। ਜੋ ਨਾਨਕ ਭਇਓ ਸ਼ਾਹਨ ਸ਼ਾਹ। ਤੋ ਉਹ ਗੁਰੂ ਨਾਨਕ ਸਾਹਿਬ ਕੋਈ ਛੋਟੇ ਮੋਟੇ ਫਕੀਰ ਨਹੀਂ ਸਨ, ਉਹ ਤਾਂ ਸ਼ਾਹਾਂ ਦੇ ਸ਼ਾਹ, ਦੀਨ ਦੁਨੀਆ ਦੇ ਪਾਤਸ਼ਾਹ ਹਨ। ਜਿਨ ਸ਼ਾਹ ਨਾਨਕ ਚਰਨ ਪਰਸਾਏ। ਭਾਈ ਸਾਹਿਬ ਕਹਿਣ ਲੱਗੇ ਵੀ ਇਹ ਕੈਪਟਨ ਮਰੇ, ਗੁਰੂ ਨਾਨਕ ਸਾਹਿਬ ਦੀ ਤਾਂ ਸਿਫਤ ਮੈਂ ਤੁਹਾਨੂੰ ਕੀ ਦੱਸਾਂ, ਵੀ ਗੁਰੂ ਨਾਨਕ ਸਾਹਿਬ ਤਾਂ ਬੜੀ ਉੱਚੀ ਗੱਲ ਰਹਿ ਗਈ ਨਾ, ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲਏ, ਭਾਵ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਣ ਵਾਲੇ ਵੀ ਉਹਨਾਂ ਦੇ ਬਾਰੇ ਕੀ ਦੱਸਦੇ ਹਨ। ਤਿੰਨ ਮੈਂ ਸ਼ਕਤ ਇਤੀ ਭਈ ਆਏ। ਵੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪਰਸ ਲੈਂਦੇ ਸਨ, ਉਹਨਾਂ ਕੋਲ ਇੰਨੀ ਤਾਕਤ ਆ ਜਾਂਦੀ ਸੀ, ਉਹ ਬੜੇ ਬਲਵਾਨ ਬਣ ਜਾਂਦੇ ਸਨ। ਵੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸ ਲਏ, ਚਰਨ ਪਰਸਣ ਵਾਲੇ ਇੰਨੇ ਤਾਕਤਵਰ ਹੋ ਜਾਂਦੇ ਸਨ। ਤੇ ਗੁਰੂ ਨਾਨਕ ਸਾਹਿਬ ਦੀ ਤਾਂ ਫਿਰ ਮਹਿਮਾ ਹੀ ਅਪਰਪਾਰ ਹੈ। ਭਾਈ ਸਾਹਿਬ ਜੀ ਇਸ ਤਰ੍ਹਾਂ ਉਸ ਕੈਪਟਨ ਮਰੇ ਨੂੰ ਦੱਸਣਾ ਕਰਦੇ ਹਨ। ਚਿੜੀਅਨ ਤੇ ਉਨ ਬਾਜ ਕਹਾਏ। ਆਓ ਹੇ ਭਾਈ ਕੈਪਟਨ ਮਰੇ, ਆਓ ਫਿਰ ਮੈਂ ਤੁਹਾਨੂੰ ਦੱਸਾਂ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕੀ ਹੈ। ਕਹਿੰਦੇ ਚਿੜੀਅਨ ਤੇ ਉਨ ਬਾਜ ਕਹਾਏ, ਉਹਨਾਂ ਕੋਲ ਇੰਨੀ ਤਾਕਤ ਹੈ ਵੀ ਉਹਨਾਂ ਨੇ ਤਾਂ ਚਿੜੀਆਂ ਤੋਂ ਬਾਜ ਤੁੜਾ ਦਿੱਤੇ। ਛੇਲਨ ਕੋਲੋਂ ਸ਼ੇਰ ਤੁੜਾਏ। ਛੇਲਣ ਦਾ ਅਰਥ ਹੁੰਦਾ ਹੈ ਬੱਕਰੀਆਂ, ਕਹਿੰਦੇ ਵੀ ਬੱਕਰੀਆਂ ਤੋਂ ਸ਼ੇਰਾਂ ਨੂੰ ਮਰਵਾ ਦਿੱਤਾ। ਦੋਹਰਾ ਜਿਨ ਕੈ ਘੋੜੈ ਗੈਲ ਲੱਖ ਤੋਪਣ ਕਈ ਹਜ਼ਾਰ। ਭਾਈ ਸਾਹਿਬ ਕਹਿੰਦੇ ਵੀ ਜਿਨ੍ਹਾਂ ਬਾਦਸ਼ਾਹਾਂ ਦੇ ਕੋਲ ਲੱਖਾਂ ਘੋੜੇ ਸਨ, ਕਈ ਹਜ਼ਾਰ ਤੋਪਾਂ ਸਨ। ਤਖਤ ਪਾਤਸ਼ਾਹੀ ਬਹਿ ਕਰਤ ਤਿੰਨ ਦਾਸਨ ਦੀਨੇਗਾਰ। ਜਿਹੜੇ ਤਖਤਾਂ ਤੇ ਬੈਠ ਕੇ ਬਾਦਸ਼ਾਹੀਆਂ ਮਾਣਦੇ ਸਨ, ਕਹਿੰਦੇ ਗੁਰੂ ਨਾਨਕ ਦੇ ਦਾਸਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ, ਭਾਵ ਗੁਰੂ ਨਾਨਕ ਸਾਹਿਬ ਦੇ ਦਾਸ ਵੀ ਇੰਨੀ ਤਾਕਤ ਰੱਖਦੇ ਸਨ। ਤੋ ਭਾਈ ਸਾਹਿਬ ਜੀ ਇਸ ਤਰ੍ਹਾਂ ਫਿਰ ਸਿੰਘਾਂ ਦੇ ਬਾਰੇ, ਸਿੰਘਾਂ ਦੀ ਮਹਿਮਾ ਦੇ ਬਾਰੇ ਉਸ ਕੈਪਟਨ ਮਰੇ ਨੂੰ ਸਮਝਾਉਂਦੇ ਹਨ। ਭਾਗ ਨੁਗਦ ਲੈ ਨਾਮ ਸਿਰ ਡਾਰੈ ਜਾ ਕੈ ਦਾਸ। ਭਾਈ ਸਾਹਿਬ ਕਹਿੰਦੇ ਵੀ ਹੇ ਕੈਪਟਨ ਮਰੇ, ਤੁਹਾਨੂੰ ਸਿੰਘਾਂ ਦੀ ਕੀ ਮਹਿਮਾ ਦੱਸਾਂ, ਵੀ ਇਹ ਨਾਮ ਜਪ ਜਪ ਕੇ ਜਿਹੜੇ ਰਗੜੇ ਤਿਆਰ ਕਰਦੇ ਸਨ ਨਾ, ਸ਼ਹੀਦੀ ਦੇਗੇ ਤਿਆਰ ਕਰਦੇ ਸਨ, ਉਹਨਾਂ ਦਾ ਗੋਲਾ ਬਣਾ ਕੇ ਵੀ ਕਿਸੇ ਦੇ ਸਿਰ 'ਚ ਮਾਰ ਦਿੰਦੇ, ਉਹਦਾ ਕੱਖ ਨਹੀਂ ਸੀ ਰਹਿੰਦਾ, ਇੰਨੀ ਤਾਕਤ ਸਿੰਘਾਂ ਦੇ ਕੋਲ ਸੀ। ਰਹਿ ਨਾ ਅੜਨੇ ਜੋਗ ਵਹ ਤੁਰਤ ਹੋਏ ਤੇ ਨਾਸ। ਜਿਨ੍ਹਾਂ ਤੇ ਸਿੰਘ ਇਸ ਤਰ੍ਹਾਂ ਦੀ ਕਾਰਵਾਈ ਕਰ ਦਿੰਦੇ ਸਨ, ਕਹਿੰਦੇ ਫਿਰ ਉਹਦੇ ਕੋਲ ਅੜਨ ਜੋਗੀ ਵੀ ਤਾਕਤ ਨਹੀਂ ਸੀ ਰਹਿੰਦੀ, ਤੁਰੰਤ ਹੀ ਉਹਦਾ ਨਾਸ਼ ਹੋ ਜਾਂਦਾ ਹੈ। ਇੰਨਾ ਤਾਕਤ ਜਿਹੜੇ ਸਿੰਘ ਰੱਖਦੇ ਹਨ। ਕਬਿਤ ਬਤੀਸਾ ਮਰੀ ਨਾ ਪਿਆਰੇ ਬਚ ਹਮ ਸਿਓ ਉਚਾਰੇ ਤਬ। ਫਿਰ ਕੈਪਟਨ ਮਰੇ ਜਿਹੜਾ ਹੈ ਉਹ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਨੂੰ ਪੁੱਛਣਾ ਕਰਦਾ ਹੈ। ਨਾਨਕ ਜੀ ਪਾਈ ਜਿਮ ਸ਼ਾਹੀ ਕਹੋ ਸੋ ਢੱਬ। ਤੋ ਕੈਪਟਨ ਮਰੇ ਕਹਿੰਦਾ ਵੀ ਚਲੋ ਮੈਂ ਮੰਨ ਲਿਆ ਵੀ ਸਿੰਘਾਂ ਨੂੰ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ਪਰ ਮੈਨੂੰ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਕਿਹਨੇ ਦਿੱਤੀ, ਤੇ ਪਾਤਸ਼ਾਹੀ ਦੇਣ ਦਾ ਅਧਿਕਾਰ ਉਹਨਾਂ ਨੂੰ ਕਿਹਨੇ ਦਿੱਤਾ, ਇਹ ਤੁਸੀਂ ਸਾਨੂੰ ਚੰਗੀ ਤਰ੍ਹਾਂ ਦੱਸਣਾ ਕਰੋ। ਹਮ ਉਸੈ ਜੋ ਸੁਨਾਈ ਸੁਨੋ ਸੰਤ ਮਿਤ ਭਾਈ। ਤਾਂ ਭਾਈ ਸਾਹਿਬ ਕਹਿਣ ਲੱਗੇ ਵੀ ਜਿਹੜੀ ਗੱਲ ਅਸੀਂ ਕੈਪਟਨ ਮਰੇ ਨੂੰ ਦੱਸੀ, ਹੇ ਖਾਲਸਾ ਜੀ ਤੁਸੀਂ ਵੀ ਉਹ ਗੱਲ ਚੰਗੀ ਤਰ੍ਹਾਂ ਸੁਣਨਾ ਕਰੋ। ਸੁਣ ਕੇ ਬੁਲਾਏ ਸਮਝਾਏ ਕਹੀ ਨਿਜ ਰੱਬ। ਤੇ ਭਾਈ ਸਾਹਿਬ ਜੀ ਫਿਰ ਕੈਪਟਨ ਮਰੇ ਨੂੰ ਦੱਸਦੇ ਹਨ ਔਰ ਖਾਲਸੇ ਨੂੰ ਵੀ ਦੱਸ ਰਹੇ ਹਨ ਵੀ ਖਾਲਸਾ ਜੀ ਅਸੀਂ ਕੈਪਟਨ ਮਰੇ ਨੂੰ ਇਹ ਦੱਸਣਾ ਕੀਤਾ ਵੀ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਕਿਵੇਂ ਮਿਲੀ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਪਰਮਾਤਮਾ ਨੇ ਆਪ ਆਪਣੇ ਦਰਬਾਰ ਵਿੱਚ ਬੁਲਾਇਆ। ਆਪਾਂ ਜਾਣਦੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਵੇਈ ਦੇ ਵਿੱਚ ਪ੍ਰਵੇਸ਼ ਕਰਦੇ ਹਨ 3 ਦਿਨ ਅਲੋਪ ਰਹਿੰਦੇ ਹਨ। ਉਸ ਵਕਤ ਮਹਾਰਾਜ ਕਿੱਥੇ ਗਏ, ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ
ਕਿ ਉਸ ਵਕਤ ਗੁਰੂ ਨਾਨਕ ਸਾਹਿਬ ਜੀ ਪਰਮਾਤਮਾ ਦੇ ਸਾਹਮਣੇ ਸਨਮੁਖ ਹੋ ਕਰਕੇ ਪਰਮਾਤਮਾ ਦੀ ਸਿਫਤ ਕਰਦੇ ਹਨ। ਔਰ ਉਸ ਵਕਤ ਫਿਰ ਪਰਮਾਤਮਾ ਜੋ ਹੈ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਾਉਂਦੇ ਹਨ ਔਰ ਗੁਰੂ ਨਾਨਕ ਸਾਹਿਬ ਦੀ ਇਹ ਡਿਊਟੀ ਲਾਉਂਦੇ ਹਨ ਵੀ ਤੁਸੀਂ ਪੂਰੇ ਜਗਤ ਨੂੰ ਉਤਾਰਨਾ। ਔਰ ਉਦੋਂ ਪਰਮਾਤਮਾ ਨੇ ਇਹ ਗੱਲ ਕਹੀ ਸੀ ਕਿ ਤੁਹਾਨੂੰ ਅਸੀਂ ਆਪਣੇ ਬਰਾਬਰ ਦੀ ਤਾਕਤ ਦਿੱਤੀ ਹੈ, ਅਸੀਂ ਪਰਮੇਸ਼ਰ ਹਾਂ, ਤੁਸੀਂ ਗੁਰ ਪਰਮੇਸ਼ਰ ਹੋ। ਉਸ ਵਕਤ ਦਾ ਜਿਹੜਾ ਜ਼ਿਕਰ ਭਾਈ ਸਾਹਿਬ ਜੀ ਕਰ ਰਹੇ ਹਨ, ਰਾਜਾ ਕਰ ਕਹਿਆ ਮੋਰ ਉਹੈ ਕਿਮ ਪੂਜੇ ਜੋਰ। ਉਸ ਵਕਤ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਕਹਿ ਦਿੱਤਾ ਵੀ ਤੁਸੀਂ ਹੁਣ ਮੇਰੇ ਬਾਦਸ਼ਾਹ ਹੋ, ਤੁਹਾਨੂੰ ਮੈਂ ਰਾਜਾ ਥਾਪ ਦਿੱਤਾ ਹੈ ਔਰ ਤੁਹਾਡੇ ਬਰਾਬਰ ਦੀ ਤਾਕਤ ਹੋਰ ਕਿਸੇ ਕੋਲ ਨਹੀਂ ਹੋਵੇਗੀ। ਅੰਗ ਸੋ ਲਗਾਏ ਕਹੀਂ ਜਾਵਈਏ ਜ਼ਰੂਰ ਅਬ। ਤੋ ਉਸ ਵਕਤ ਫਿਰ ਪਰਮਾਤਮਾ ਗੁਰੂ ਨਾਨਕ ਸਾਹਿਬ ਨੂੰ ਆਪਣੇ ਗਲ ਨਾਲ ਲਾਉਂਦੇ ਹਨ ਔਰ ਕਹਿ ਦਿੱਤਾ ਵੀ ਹੁਣ ਤੁਸੀਂ ਜਲਦੀ ਜਾਓ, ਦੁਨੀਆ ਤੜਫ ਰਹੀ ਹੈ, ਦੁਨੀਆ ਬੜੀ ਦੁਖੀ ਹੈ, ਤੁਸੀਂ ਜਲਦੀ ਜਾ ਕੇ ਇਸ ਦੁਨੀਆ ਦਾ ਪਾਰ ਉਤਾਰਾ ਕਰੋ। ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ। ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ। ਨਾਨਕ ਤੁਹਾਡਾ ਨਾਮ ਹੈ, ਬੇਦੀ ਕੁਲ ਵਿੱਚ ਤੁਸੀਂ ਪ੍ਰਗਟ ਹੋਏ ਹੋ। ਰਾਖੋ ਜੋ ਆਵੈ ਸ਼ਰਨ ਦੁਸ਼ਟਨ ਕੋ ਗਾਰੋ ਦਬ। ਜਿਹੜਾ ਤੁਹਾਡੀ ਸ਼ਰਨ ਆਵੇਗਾ ਉਹਨੂੰ ਤੁਸੀਂ ਰੱਖਣਾ ਕਰੋ ਔਰ ਜਿਹੜੇ ਪਾਪ ਕਮਾਉਂਦੇ ਹਨ, ਲੋਕਾਂ ਦੇ ਨਾਲ ਧੱਕਾ ਕਰਦੇ ਹਨ, ਐਸੇ ਦੁਸ਼ਟਾਂ ਨੂੰ ਗਾਲ ਦੇਵੋ। ਚੌਪਈ ਮਰੀ ਕਹੈ ਹਮ ਸੁਨਾਵੋ ਸੁਬੱਬਾ। ਤੋ ਭਾਈ ਸਾਹਿਬ ਜੀ ਨੇ ਫਿਰ ਇਸ ਤਰ੍ਹਾਂ ਦੱਸਿਆ ਵੀ ਕਿਵੇਂ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਦਿੱਤੀ। ਫਿਰ ਕੈਪਟਨ ਮਰੇ ਦੁਬਾਰਾ ਪੁੱਛਦਾ ਹੈ, ਕਹਿੰਦੇ ਵੀ ਤੁਸੀਂ ਇਹ ਸਾਰੀ ਗੱਲ ਸਾਨੂੰ ਸੁਣਾਉਣਾ ਕਰੋ। ਨਾਨਕ ਰਾਜ ਕਿਮ ਭਇਓ ਥੋ ਰੱਬਾ। ਵੀ ਉਹ ਪ੍ਰਮਾਤਮਾ ਨੇ ਕਿਵੇਂ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਦਿੱਤੀ, ਇਹ ਸਾਰਾ ਪ੍ਰਸੰਗ ਤੁਸੀਂ ਸਾਨੂੰ ਚੰਗੀ ਤਰ੍ਹਾਂ ਦੱਸੋ। ਜਿਮ ਉਸ ਕੋ ਹਮ ਉੱਤਰ ਦੀਨੋ। ਭਾਈ ਸਾਹਿਬ ਕਹਿੰਦੇ ਫਿਰ ਜਿਵੇਂ ਅਸੀਂ ਕੈਪਟਨ ਮਰੇ ਨੂੰ ਉੱਤਰ ਦਿੱਤਾ, ਤੇ ਮੈਂ ਸੁਨੋ ਤੁਮ ਸੰਤ ਪਰਬੀਨੋ। ਇਹ ਖਾਲਸਾ ਜੀ ਉਹੀ ਉੱਤਰ ਤੁਸੀਂ ਵੀ ਸੁਣਨਾ ਕਰੋ। ਕਲ ਯੁਗ ਮੈਂ ਵੱਡ ਪਰ ਗਇਓ ਧੁੰਦ। ਤੋ ਭਾਈ ਸਾਹਿਬ ਜੀ ਨੇ ਅੰਗਰੇਜ਼ ਨੂੰ ਦੱਸਣਾ ਕੀਤਾ ਵੀ ਇਸ ਕਲਯੁਗ ਦੇ ਵਿੱਚ ਫਿਰ ਧੁੰਦ ਪਸਰ ਗਈ ਸੀ। ਆਪਾਂ ਪੜ੍ਹਦੇ ਹਾਂ ਵੀ ਇਸ ਕਲਯੁਗ ਦੇ ਵਿੱਚ ਇੰਨੀ ਧੁੰਦ ਪਸਰ ਗਈ, ਕੋਈ ਵਹਿਮਾਂ ਭਰਮਾਂ 'ਚ ਡੁੱਬਿਆ ਹੈ, ਕੋਈ ਧੋਖਾ ਧੜੀਆਂ ਕਰ ਰਿਹਾ ਹੈ, ਕੋਈ ਪਾਪ ਕਮਾ ਰਿਹਾ ਹੈ, ਕੋਈ ਕਰਮਕਾਂਡ ਕਰ ਰਿਹਾ ਹੈ, ਕੋਈ ਕਿੱਥੇ ਭਟਕ ਰਿਹਾ ਹੈ, ਕਿੰਨਾ ਇੱਥੇ ਮਾਇਆ ਦਾ ਪਸਾਰਾ ਹੋ ਚੁੱਕਾ ਹੈ। ਤੋ ਇਸ ਪ੍ਰਕਾਰ ਧੁੰਦ ਜਿਹੜੀ ਹੈ ਉਹ ਪਸਰ ਚੁੱਕੀ ਸੀ। ਵਧਿਓ ਕੋ ਧਰਮ ਧਰਮ ਭਇਓ ਮੰਦ। ਧਰਮ ਫਿੱਕਾ ਪੈ ਗਿਆ ਸੀ ਔਰ ਕੁਧਰਮ ਜਿਹੜਾ ਹੈ, ਪਾਪ ਜਿਹੜਾ ਹੈ ਉਹ ਵੱਧ ਚੁੱਕਾ ਸੀ। ਲਾਲਚ ਲਾਗੇ ਮਾਇਆ ਭੂਪ। ਜਿਹੜੇ ਰਾਜੇ ਸਨ ਉਹ ਮਾਇਆ ਦੇ ਲਾਲਚ ਵਿੱਚ ਲੱਗੇ ਹੋਏ ਸਨ। ਰਾਜਨ ਪਾਏ ਨਿਜ ਧਰਮ ਕੂਪ। ਰਾਜਿਆਂ ਨੇ ਧਰਮ ਨੂੰ ਖੂਹ ਵਿੱਚ ਸੱਟ ਦਿੱਤਾ ਸੀ। ਪੰਥ ਧਾਰੀ ਬੀਜੇ ਜਗ ਆਏ। ਪੰਥ ਧਾਰੀ ਭੇਜੇ ਜਗ ਆਏ। ਔਰ ਜਿਹੜੇ ਪਹਿਲਾਂ ਵੀ ਜਿਹੜੇ ਅਵਤਾਰ ਇਸ ਧਰਤੀ ਤੇ ਆਏ ਸਨ, ਪੰਥ ਵਿਚਲ ਭੀ ਤਿਨ ਤੇ ਗਏ। ਉਹਨਾਂ ਦੇ ਜਿਹੜੇ ਪੰਥ ਵੀ ਸਨ ਉਹ ਵੀ ਕਰਪਟ ਹੋ ਚੁੱਕੇ ਸਨ। ਭਾਵ ਜਿਹੜੇ ਪਹਿਲਾਂ ਅਵਤਾਰ ਆਏ ਸਨ ਉਹਨਾਂ ਨੇ ਜਿਹੜੇ ਪੰਥ ਚਲਾਏ ਸਨ ਉਹਨਾਂ ਦੇ ਵਿੱਚ ਵੀ ਕੋਈ ਮਰਿਆਦਾ ਨਹੀਂ ਸੀ ਰਹੀ। ਕਰਮਕਾਂਡ ਚੱਲ ਰਹੇ ਸਨ, ਭੜਕ ਚੁੱਕੇ ਸਨ ਜਿਹੜੇ ਉਹਨਾਂ ਦੇ ਲੋਕ। ਤੋ ਇਸ ਪ੍ਰਕਾਰ ਜਿਹੜੇ ਹਾਲਾਤ ਇਸ ਦੁਨੀਆ ਦੇ ਬਣ ਚੁੱਕੇ ਸਨ। ਮਾਇਆ ਮੋਹ ਸਬਨ ਕੋ ਸ਼ਰਿਓ। ਕਿਉਂਕਿ ਮਾਇਆ ਨੇ ਸਾਰਿਆਂ ਨੂੰ ਛਲ ਲਿਆ ਸੀ। ਧਰਮ ਹਾਰ ਨਿਜ ਕੁਲ ਚਹਿ ਭਰਿਓ। ਔਰ ਇਹ ਲੋਕ ਜਿਹੜੇ ਸਨ ਇਹ ਧਰਮ ਹਾਰ ਚੁੱਕੇ ਸਨ ਔਰ ਆਪਣੀਆਂ ਕੁੱਲਾਂ ਭਰਨ ਵਿੱਚ ਹੀ ਲੱਗੇ ਹੋਏ ਸਨ, ਆਪਣੇ ਘਰ ਭਰਨ ਵਿੱਚ ਲੱਗੇ ਹੋਏ ਸਨ, ਜਿਨ੍ਹਾਂ ਦਾ ਕੰਮ ਦੁਨੀਆ ਤੇ ਧਰਮ ਵਧਾਉਣਾ ਸੀ। ਪਰ ਉਹੀ ਲੋਕ ਧਰਮ ਹਾਰ ਕੇ ਆਪਣਾ ਘਰ ਭਰਨ ਵਿੱਚ ਲੱਗੇ ਹੋਏ ਸਨ। ਇਹ ਹਾਲਾਤ ਜਿਹੜੇ ਉਸ ਵਕਤ ਬਣ ਚੁੱਕੇ ਸਨ। ਸ੍ਰੀ ਮੁਖ ਵਾਕ ਸ਼ਲੋਕ ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਤੋ ਭਾਈ ਰਤਨ ਸਿੰਘ ਜੀ ਨੇ ਫਿਰ ਕੈਪਟਨ ਮਰੇ ਨੂੰ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦਾ ਸਾਰਾ ਬਿਰਤਾਂਤ ਦੱਸਿਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇੱਥੇ ਧੁੰਦ ਪਸਰ ਚੁੱਕੀ ਸੀ, ਇੰਨਾ ਮਾੜਾ ਹਾਲ ਹੋ ਚੁੱਕਾ ਸੀ। ਪਹਿਲਾਂ ਉਹਨਾਂ ਨੇ ਆਪ ਦੱਸਿਆ, ਫਿਰ ਉਹ ਹੁਣ ਗੁਰੂ ਨਾਨਕ ਸਾਹਿਬ ਦੀ ਵੀ ਬਚਨ ਕੋਟ ਕਰਦੇ ਹਨ ਵੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਹ ਦੱਸਿਆ ਹੈ ਕਿ ਉਹਨਾਂ ਤੋਂ ਪਹਿਲਾਂ ਕੀ ਹਾਲਾਤ ਬਣੇ ਹੋਏ ਸਨ। ਸ੍ਰੀ ਮੁਖ ਵਾਕ ਸ਼ਲੋਕ ਗੁਰੂ ਸਾਹਿਬ ਜੀ ਦੇ ਇਹ ਬਚਨ ਹਨ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡ ਰਿਆ। ਇਹ ਹਾਲਾਤ ਬਣ ਗਏ
ਕਿ ਜਿਹੜਾ ਕਲਯੁਗ ਹੈ, ਭਾਵ ਕਿ ਇੱਥੇ ਕਲਯੁਗ ਵਾਲਾ ਸੁਭਾਅ ਮੰਨੋ ਇੱਕ ਛੁਰੀ ਦੀ ਤਰ੍ਹਾਂ ਸੀ। ਕਲਯੁਗ ਛੁਰੀ ਹੈ ਤੇ ਰਾਜੇ ਕਸਾਈ ਬਣ ਚੁੱਕੇ ਹਨ। ਧਰਮ ਜਿਹੜਾ ਹੈ ਉਹ ਖੰਭ ਲਾ ਕੇ ਉੱਡ ਚੁੱਕਾ ਸੀ। ਇਹ ਹਾਲਾਤ ਬਣ ਗਏ ਸਨ। ਕਲਯੁਗ ਵਾਲਾ ਸੁਭਾਅ ਛੁਰੀ ਦਾ ਕੰਮ ਕਰ ਰਿਹਾ ਸੀ। ਲੋਕ ਹਰ ਕਿਸੇ ਦਾ ਕਲਯੁਗ ਵਾਲਾ ਸੁਭਾਅ ਬਣ ਚੁੱਕਾ ਸੀ। ਔਰ ਰਾਜੇ ਜਿਹੜੇ ਉਹ ਕਸਾਈ ਬਣ ਚੁੱਕੇ ਸਨ, ਵੀ ਜਿਨ੍ਹਾਂ ਨੇ ਪਰਜਾ ਨੂੰ ਸੁੱਖ ਦੇਣਾ ਸੀ ਉਹੀ ਲੋਕ ਪਰਜਾ ਨੂੰ ਵੱਢ ਰਹੇ ਸਨ। ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਜਿਹੜੇ ਰਾਜੇ ਸਨ ਇਹ ਕਸਾਈ ਬਣ ਚੁੱਕੇ ਸਨ, ਲੋਕਾਂ ਨੂੰ ਵੱਢ ਟੁੱਕ ਰਹੇ ਸਨ। ਔਰ ਜਿਹੜਾ ਧਰਮ ਸੀ ਇਹ ਖੰਭ ਲਾ ਕੇ ਉੱਡ ਚੁੱਕਾ ਸੀ। ਕੂੜ ਅਮਾਵਸ ਸੱਚ ਚੰਦਰਮਾ, ਦੀਸੇ ਨਾਹੀ ਕਹਿ ਚੜਿਆ। ਦੀਸੈ ਨਾਹੀ ਕਹਿ ਚੜਿਆ। ਕਹਿੰਦੇ ਵੀ ਕੂੜ ਦੀ ਹਨੇਰੀ ਰਾਤ, ਜਿਵੇਂ ਮੱਸਿਆ ਦੀ ਰਾਤ ਬੜੀ ਹਨੇਰੀ ਹੁੰਦੀ ਹੈ ਨਾ, ਤੋ ਇਸ ਤਰ੍ਹਾਂ ਕੂੜ ਰੂਪੀ ਮੱਸਿਆ ਦੀ ਰਾਤ ਪਸਰ ਚੁੱਕੀ ਸੀ, ਜਿਹੜੀ ਮੁੱਕਣ ਤੇ ਹੀ ਨਹੀਂ ਆ ਰਹੀ ਸੀ। ਔਰ ਜਿਹੜਾ ਸੱਚ ਰੂਪੀ ਚੰਦਰਮਾ ਉਹ ਕਿਤੇ ਵੀ ਦੇਖ ਨਹੀਂ ਸੀ ਰਿਹਾ, ਅਲੋਪ ਹੋ ਚੁੱਕਾ ਸੀ। ਤੋ ਇਹ ਹਾਲਾਤ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਬਣ ਚੁੱਕੇ ਸਨ। ਔਰ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਕਿਵੇਂ ਇਸ ਧਰਤੀ ਤੇ ਪ੍ਰਗਟ ਹੁੰਦੇ ਹਨ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਉਹ ਗੁਰੂ ਨਾਨਕ ਸਾਹਿਬ ਦਾ ਪ੍ਰਸੰਗ ਜਿਹੜਾ ਹੈ ਫਿਰ ਆਪਾਂ ਅਗਲੇ ਸਮਾਗਮ ਦੇ ਵਿੱਚ ਆਰੰਭ ਕਰਾਂਗੇ। ਤੋ ਹਾਲੇ ਤੱਕ ਇਹ ਇਤਿਹਾਸ ਲਿਖਣ ਦੇ ਕੀ ਕਾਰਨ ਬਣੇ, ਇਹ ਵਿਚਾਰ ਚੱਲੀ ਹੈ। ਹੁਣ ਇਸ ਤੋਂ ਬਾਅਦ ਸਾਧ ਸੰਗਤ ਇਤਿਹਾਸ ਆਰੰਭ ਹੋਵੇਗਾ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਸੰਖੇਪ ਰੂਪ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਬਾਰੇ ਦੱਸਣਗੇ। ਔਰ ਉਸ ਤੋਂ ਬਾਅਦ ਫਿਰ ਸਿੰਘਾਂ ਦਾ ਇਤਿਹਾਸ ਉਹ ਡਿਟੇਲ ਦੇ ਵਿੱਚ ਦੱਸਣਗੇ। ਤੋ ਅਗਲੇ ਸਮਾਗਮ ਤੋਂ ਸਾਡਾ ਜਿਹੜਾ ਅਮੀਰ ਵਿਰਸੇ ਦਾ ਇਤਿਹਾਸ ਹੈ ਜਿਹੜਾ ਉਹ ਆਰੰਭ ਹੁੰਦਾ ਹੈ। ਆਪਾਂ ਸਾਰੇ ਬੜੀ ਸ਼ਰਧਾ ਦੇ ਨਾਲ ਇਸ ਇਤਿਹਾਸ ਨੂੰ ਸਰਵਣ ਕਰੀਏ ਜੀ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹਨ, ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ ਜੀ। ਆਖਰੀ ਦੋ ਤੁਕਾਂ ਪੜ੍ਹ ਕੇ ਸਤ ਸੰਗਤ ਆਪਾਂ ਫਿਰ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕਹਿ ਚੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।